ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਹੋ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਸ਼ਬਰ ਸ਼ਤਰ ਤਖਤ ਦੀ ਮਾਲਕ, ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ, ਸਰਵ ਕਲਾ ਭਰਪੂਰ। ਸਾਂਝੀ ਵਾਰਤਾ ਦੇ ਪ੍ਰਤੀਕ, ਗਿਆਨ ਦੇ ਅਗੰਮੀ ਸਾਗਰ, ਮਨੁੱਖਤਾ ਦੇ ਰਹਿਬਰ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੋਦ ਅੰਦਰ ਜੁੜ ਮਿਲ ਬੈਠੀ ਪਰਮ ਸਤਿਕਾਰਯੋਗ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਸਾਜੀ ਸਾਧ ਸੰਗਤ ਜੀਓ। ਆਪ ਜੀ ਵਡਭਾਗੇ ਹੋ, ਸਤਿਗੁਰ ਪਾਤਸ਼ਾਹ ਜੀ ਦੇ ਚਰਨ ਪਰਸ ਰਹੇ ਹੋ। ਬੜੇ ਹੀ ਪਿਆਰ ਨਾਲ ਰੱਬੀ ਬਾਣੀ ਦਾ ਪਾਠ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਸ਼੍ਰਵਣ ਕੀਤਾ ਹੈ। ਆਓ ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਵਿਚਾਰਾਂ ਪ੍ਰਾਰੰਭ ਕਰਨ ਤੋਂ ਪਹਿਲਾਂ ਆਪ ਸਰਬੱਤ ਮਾਈ ਭਾਈ ਅਸੀਸ ਬਖਸ਼ੋ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ, ਜੋ ਪਿਛਲੇਰੇ ਦਿਨਾਂ ਤੋਂ ਆਪਾਂ ਮਨ ਵਿਸ਼ੇ ਉੱਤੇ ਵਿਚਾਰਾਂ ਸਾਂਝੀਆਂ ਕਰ ਰਹੇ ਹਾਂ। ਸਤਿਗੁਰ ਰੱਬੀ ਬਾਣੀ ਅੰਦਰ ਕਿਰਪਾ ਕਰਦੇ ਨੇ ਕਿ ਇਸ ਸੰਸਾਰ ਦੇ ਅੰਦਰ ਬੇਅੰਤ ਧਰਮ ਹਨ ਤੇ ਹਰ ਧਰਮ ਦੇ ਧਾਰਮਿਕ ਗ੍ਰੰਥ ਅੰਦਰ ਮਨੁੱਖ ਨੂੰ ਇਸ ਅਲੋਕਾਰ ਸ਼ਕਤੀ ਮਨ ਨੂੰ ਕਾਬੂ ਕਰਨ ਵਾਸਤੇ, ਮਨ ਨੂੰ ਵਸ ਵਿੱਚ ਕਰਨ ਵਾਸਤੇ ਬੇਅੰਤ ਢੰਗ ਤੇ ਤਰੀਕੇ ਦੱਸੇ ਗਏ ਹਨ। ਤੇ ਹਰ ਧਰਮ ਦੇ ਮਨੁੱਖ ਉਸ ਅਕੀਦੇ ਮੁਤਾਬਕ ਇਸ ਮਨ ਨੂੰ ਕਾਬੂ ਕਰਨ ਦੇ ਉਹਨਾਂ ਤਰੀਕਿਆਂ ਨੂੰ, ਉਹਨਾਂ ਢੰਗਾਂ ਨੂੰ, ਉਸ ਜੁਗਤ ਨੂੰ ਵਰਤ ਕੇ ਤੇ ਮਨ ਨੂੰ ਵਸ ਵਿੱਚ ਕਰਨ ਦੇ ਯਤਨ ਕਰਦੇ ਰਹੇ। ਪਰ ਗੁਰਦੇਵ ਪਾਤਸ਼ਾਹ ਜੀ ਨੇ ਬੜਾ ਸੁਖੈਨ ਤੇ ਸੌਖਾ ਢੰਗ ਗੁਰਬਾਣੀ ਦੇ ਵਿੱਚ ਸਿੱਖ ਨੂੰ ਦੱਸਿਆ ਵੀ ਇਸ ਮਨ ਨੂੰ ਕਿਵੇਂ ਪਿਆਰ ਦੇ ਨਾਲ ਆਪਾਂ ਆਪਣੇ ਕਾਬੂ ਵਿੱਚ, ਵਸ ਵਿੱਚ ਕਰ ਸਕਦੇ ਹਾਂ। ਜਿਵੇਂ ਸਾਹਿਬ ਨੇ ਰੱਬੀ ਬਾਣੀ ਅੰਦਰ ਕਿਰਪਾ ਕੀਤੀ, ਮਨ ਨੂੰ ਬੜੇ ਪਿਆਰ ਦੇ ਨਾਲ ਸੰਬੋਧਨ ਹੋ ਕੇ ਸਮਝਾਉਣਾ ਕੀਤਾ ਤੇ ਮਨ ਨੂੰ ਮਿੱਤਰਤਾ ਕਹਿ ਦਿੱਤਾ। हे ਮੇਰੇ ਮਨ, ਤੂੰ ਮਿੱਤਰ ਹੈ, ਤੂੰ ਮੇਰਾ ਸੱਜਣ ਹੈ ਤੇ ਤੂੰ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਕਰ। ਸੁਣ ਮਨ ਮਿੱਤਰ ਪਿਆਰਿਆ,
ਮਿਲ ਵੇਲਾ ਹੈ ਇਹ ਜੋ ਮਨੁੱਖਾ ਜਨਮ ਦਾ ਵੇਲਾ ਸਮਾਂ ਮਿਲਿਆ ਨਾ, ਇਹੀ ਵੇਲਾ ਹੈ ਪਰਮਾਤਮਾ ਦੀ ਇਬਾਦਤ ਕਰਨ ਦਾ, ਬੰਦਗੀ ਕਰਨ ਦਾ, ਸਿਫਤ ਸਲਾਹ ਕਰਨ ਦਾ, ਚੰਗੇ ਗੁਣ ਧਾਰਨ ਕਰਨ ਦਾ, ਚੰਗਿਆਈਆਂ ਕਮਾਉਣ ਦਾ, ਆਪਣੇ ਸੁਭਾਅ ਨੂੰ ਚੰਗਾ ਬਣਾਉਣ ਦਾ। ਤਾਂ ਇਹ ਬੜਾ ਹੀ ਕੀਮਤੀ ਸਮਾਂ ਹੈ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ। ਸਤਿਗੁਰ ਪਾਤਸ਼ਾਹ ਜੀ ਆਖਦੇ ਨੇ ਵੀ ਜਿੰਨਾ ਚਿਰ ਪਰਮਾਤਮਾ ਨੇ ਤੈਨੂੰ ਇਹ ਕੀਮਤੀ ਸਮਾਂ ਦਿੱਤਾ ਹੈ ਤੇ ਉਹਨਾਂ ਚਿਰ ਤੂੰ ਪਰਮਾਤਮਾ ਪਰਮੇਸ਼ਰ ਦੀ ਬੰਦਗੀ ਕਰ ਲੈ। ਵਿਣ ਗੁਣ ਕਾਮ ਨ ਆਵਈ ਢਹਿ ਢੇਰੀ ਤਨ ਖੇ। ਜਦੋਂ ਤੱਕ ਇਹ ਤਨ ਤੈਨੂੰ ਮਿਲਿਆ, ਜਦੋਂ ਤੱਕ ਇਹ ਕੀਮਤੀ ਜ਼ੋਬਨ ਤੈਨੂੰ ਇਹ ਕੀਮਤੀ ਸਮਾਂ ਮਿਲਿਆ, ਤੂੰ ਉਸ ਪਰਮਾਤਮਾ ਤੇ ਇਸ ਸਮੇਂ ਨੂੰ ਸਫਲਾ ਕਰ ਲੈ। ਨਹੀਂ ਤਾਂ ਬਾਅਦ ਵਿੱਚ ਇਹ ਤਨ ਇੱਕ ਖੇ ਹੈ, ਮਿੱਟੀ ਦੀ ਨਿਆਈ ਹੈ, ਢੇਰੀ ਹੈ, ਇਸ ਤੋਂ ਜ਼ਿਆਦਾ ਹੋਰ ਕੁਛ ਨਹੀਂ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ। ਵਿਣ ਗੁਣ ਕਾਮ ਨ ਆਵਈ ਢਹਿ ਢੇਰੀ ਤਨ ਖੇ। ਬਿਨਾਂ ਗੁਣਾ ਤੋਂ ਇਸ ਤਨ ਦੀ ਕੋਈ ਪਾਇਆ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਪਾਵਨ ਬਾਣੀ ਅੰਦਰ ਕਿਰਪਾ ਕਰਕੇ ਸਾਨੂੰ ਮਨੁੱਖੀ ਜੀਵਾਂ ਨੂੰ ਸਮਝਾ ਦਿੱਤਾ। ਗੁਰਦੇਵ ਆਖਦੇ ਨੇ ਕਿ ਗੁਣਾਂ ਦੀ ਭਗਤੀ ਸਭ ਤੋਂ ਸ੍ਰੇਸ਼ਟ ਹੈ। ਜੇ ਤੇਰੇ ਜੀਵਨ ਵਿੱਚ ਚੰਗੇ ਗੁਣ ਹਨ ਤੇ ਉਹਨਾਂ ਗੁਣਾਂ ਦੀ ਕਮਾਈ ਕਰਕੇ ਤੂੰ ਅਸਲ ਭਗਤੀ ਕਰ ਸਕਦਾ। ਸਭ ਗੁਣ ਤੇਰੇ ਮੈਂ ਨਾ ਹੀ ਕੋਈ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਤੋਂ ਬਿਨਾਂ ਤੇਰੀ ਸਿਫਤ ਸਲਾਹ ਨਹੀਂ ਹੋ ਸਕਦੀ। ਤਾਂ ਸਾਰੇ ਗੁਣ ਤੇਰੇ ਨੇ ਮਹਾਰਾਜ, ਤੇ ਸੁਣਿਆ ਬਿਨਾਂ ਗੁਣਾਂ ਤੋਂ ਤੇਰੀ ਭਗਤੀ ਨਹੀਂ ਹੋ ਸਕਦੀ। ਤਾਂ ਚੰਗੇ ਗੁਣ ਆਪਣੇ ਜੀਵਨ ਵਿੱਚ ਕਮਾ ਲੈਣੇ, ਗੁਣੀ ਬਣ ਜਾਣਾ, ਗੁਣਵਾਨ ਬਣ ਜਾਣਾ। ਇੱਕ ਬੜਾ ਕੀਮਤੀ ਸਮਾਂ ਮਿਲਿਆ। ਗੁਰਦੇਵ ਆਖਦੇ ਵੀ ਤੂੰ ਆਪਣੇ ਜੀਵਨ ਦੇ ਵਿੱਚ ਗੁਣਾਂ ਨੂੰ ਇਕੱਤਰ ਕਰਕੇ ਤੇ ਇਸ ਮਨੁੱਖਾ ਜੀਵਨ ਨੂੰ ਸਫਲਾ ਕਰ ਸਕਦਾ ਹੈ। ਗੁਣ ਅਸਲ ਵਿੱਚ ਕੀ ਹਨ? ਗੁਣ ਉਹ ਸੁਗੰਧੀ ਹੈ। ਮਨੁੱਖ ਜਿੱਥੇ ਵੀ ਜਾਵੇ ਤੇ ਉਹ ਸੁਗੰਧੀ ਫੈਲ ਜਾਂਦੀ ਹੈ। ਗੁਣਾਂ ਕਰਕੇ ਮਨੁੱਖ ਇਸ ਸੰਸਾਰ ਦੇ ਵਿੱਚ ਆਦਰ ਸਤਿਕਾਰ ਤੇ ਮਾਣ ਪ੍ਰਾਪਤ ਕਰਦਾ ਹੈ। ਗੁਣ ਹੀ ਹਨ ਕਿ ਮਨੁੱਖ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲਾ ਜਾਵੇ, ਗੁਣੀ ਮਨੁੱਖ ਕਦੀ ਵੀ ਜਿਹੜਾ ਹੈ ਉਹ ਕਿਸੇ ਪੱਖ ਤੋਂ ਮਾਰ ਨਹੀਂ ਖਾਂਦਾ। ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਸਫਲਤਾ ਹਾਸਲ ਕਰ ਸਕਦਾ ਹੈ। ਔਗਣ ਹਾਰਾ ਮਨੁੱਖ ਜਿੱਥੇ ਨਿਰਾਸ਼ਾ, ਜਿੱਥੇ ਅਸ਼ਰਧਾ, ਜਿੱਥੇ ਵਿਕਾਰ ਅਤੇ ਬੁਰਾਈਆਂ ਦਾ ਫੈਲਾਅ ਕਰਦਾ, ਉੱਥੇ ਹੀ ਇੱਕ ਗੁਣੀ ਮਨੁੱਖ ਚੰਗਾ ਧਰਮੀ ਹੁੰਦਾ ਹੋਇਆ ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਚੰਗੇ ਗੁਣਾਂ ਦਾ ਫੈਲਾਅ ਕਰਦਾ। ਤਾਂ ਗੁਰੂ ਪਾਤਸ਼ਾਹ ਜੀ ਨੇ ਆਖਿਆ ਵੀ ਜੇ ਤੇਰੇ ਜੀਵਨ ਵਿੱਚ ਗੁਣ ਨਹੀਂ ਤਾਂ ਇਹ ਤਨ ਤੇਰਾ ਹੈ, ਢੇਰੀ ਹੈ। ਤੇ ਇਹ ਗੁਣ ਜਿਹੜੇ ਨੇ ਉਹਨਾਂ ਚਿਰ ਕਾਇਮ ਰਹਿੰਦੇ ਨੇ ਜਿੰਨਾ ਚਿਰ ਮਨੁੱਖ ਉਸ ਪਰਮਾਤਮਾ ਮੂਲ ਨਾਲ ਜੁੜਿਆ ਰਹਿੰਦਾ। ਨਹੀਂ ਤਾਂ ਸਾਹਿਬ ਆਖਦੇ ਨੇ ਸਹਿਜੇ ਸਹਿਜੇ ਉਹ ਗੁਣ ਬੰਦੇ ਦੇ ਅੰਦਰੋਂ ਖਤਮ ਹੋ ਜਾਂਦੇ ਨੇ। ਹਰ ਬਿਸਰਤ ਤੇਰੇ ਗੁਣ ਗਲਿਆ, ਪਰਮਾਤਮਾ ਨੂੰ ਭੁਲਾਇਆ ਤੇਰੇ ਕੀਮਤੀ ਗੁਣ ਜਿਹੜੇ ਨੇ ਸਹਿਜੇ ਸਹਿਜੇ ਜੀਵਨ ਵਿੱਚੋਂ ਚਲੇ ਜਾਂਦੇ ਨੇ। ਤੇ ਜੇ ਤੂੰ ਮਾਲਕ ਨਾਲ ਜੁੜਿਆ ਰਹੇਗਾ ਤੇ ਉਹ ਗੁਣ ਸਦੀਵ ਕਾਲ ਲਈ ਤੇਰੇ ਨਾਲ ਰਹਿਣਗੇ। ਤਾਂ ਗੁਣਾਂ ਕਰਕੇ ਜਿਹੜਾ ਮਨੁੱਖ ਭਗਤੀ ਕਰਦਾ ਹੈ, ਗੁਣਾਂ ਕਰਕੇ ਜਿਹੜਾ ਮਨੁੱਖ ਬੰਦਗੀ ਕਰਦਾ ਹੈ, ਉਹ ਮਾਲਕ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਹੁਣ ਬੇਅੰਤ ਗੁਣ ਨੇ ਉਸ ਮਾਲਕ ਦੇ। ਰੱਬੀ ਬਾਣੀ ਵਿੱਚ ਗੁਰਦੇਵ ਨੇ ਕਿਰਪਾ ਕੀਤੀ। ਸਾਹਿਬ ਆਖਦੇ ਨੇ ਜਿਹਵਾ ਏਕ ਕਵਣ ਗੁਣ ਕਹੀ ਹੈ। ਜੀਵ ਤਾਂ ਇੱਕ ਹੈ ਪਰ ਪਰਮਾਤਮਾ ਦੇ ਗੁਣ ਬੇਅੰਤ ਹਨ।
ਉਹ ਗੁਣਾਂ ਦਾ ਅਥਾ ਸਾਗਰ ਹੈ। ਸਹਿਬ ਆਖਦੇ ਨੇ ਜਿਹਵਾ ਏਕ ਕਵਣ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰਾ ਅੰਤ ਨਾ ਕਿਨ ਹੀ ਲਹੀਐ। ਤੂੰ ਬੇਅੰਤ ਹੈ, ਬੇਸ਼ੁਮਾਰ ਹੈ, ਤੇਰਾ ਅੰਤ ਕੋਈ ਨਹੀਂ ਪਾ ਸਕਦਾ। ਉਹ ਗੁਣਾਂ ਦਾ ਮਾਲਕ ਹੈ, ਉਹਦੇ ਅੰਦਰ ਬੇਅੰਤ ਗੁਣ ਹਨ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਇਹ ਮੇਰੇ ਮਾਲਕ ਤੇਰੇ ਅੰਦਰ ਬੇਅੰਤ ਗੁਣ ਹਨ, ਪਰ ਮੈਂ ਇੱਕ ਵੀ ਉਸ ਗੁਣ ਨੂੰ ਨਹੀਂ ਜਾਣਿਆ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ। ਇਹ ਮਾਲਕ ਤੂੰ ਗੁਣਾਂ ਦਾ ਸਾਗਰ ਹੈ ਤੇ ਮੈਂ ਔਗਣਹਾਰਾ ਜੀਵ ਹਾਂ। ਕਿਰਪਾ ਕਰਕੇ ਮੈਨੂੰ ਵੀ ਉਹ ਗੁਣਾਂ ਦੀ ਦਾਤ ਬਖਸ਼ਿਸ਼ ਕਰ ਦਿਓ। ਰੱਬੀ ਬਾਣੀ ਅੰਦਰ ਗੁਰਦੇਵ ਇੱਥੋਂ ਤੱਕ ਕਿਰਪਾ ਕਰਦੇ ਨੇ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਹੈ ਮਾਲਕ ਤੂੰ ਗੁਣਾਂ ਦਾ ਖਜ਼ਾਨਾ ਹੈ। ਤੇਰੇ ਮੈਂ ਕਿਹੜੇ ਕਿਹੜੇ ਗੁਣ ਜਿਹੜੇ ਨੇ ਬੋਲ ਕੇ ਬਿਆਨ ਕਰਾਂ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੂ ਤੂੰ ਠਾਕੁਰ ਊਚ ਭਗਵਾਨਾ। ਇਹ ਮਾਲਕ ਤੂੰ ਸਾਰਿਆਂ ਤੋਂ ਉੱਚਾ ਹੈ, ਤੂੰ ਸਾਰਿਆਂ ਦਾ ਮਾਲਕ ਹੈ। ਤੇਰੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਤੇ ਜਦੋਂ ਸਤਿਗੁਰ ਪਾਤਸ਼ਾਹ ਜੀ ਇਸ ਮਨੁੱਖੀ ਜੀਵ ਨੂੰ ਸਮਝਾਉਂਦੇ ਹਨ ਤੇ ਗੁਰਦੇਵ ਕਹਿੰਦੇ ਵੀ ਜਦੋਂ ਮੈਂ ਆਪਣੇ ਅੰਦਰ ਝਾਤੀ ਮਾਰਦਾ, ਆਪਣੇ ਅੰਦਰ ਵੇਖਦਾ ਹਾਂ ਤੇ ਇੰਜ ਪ੍ਰਤੀਤ ਹੁੰਦਾ ਹਮ ਅਵਗੁਣ ਭਰੇ ਏਕ ਗੁਣ ਨਹੀਂ। ਜੇ ਤੂੰ ਗੁਣਾਂ ਦਾ ਸਾਗਰ ਹੈ, ਤੇਰੇ ਵਿੱਚ ਗੁਣ ਹੀ ਗੁਣ ਹਨ ਤੇ ਮੈਂ ਆਪਣੇ ਵਿੱਚ ਝਾਤੀ ਮਾਰਦਾ ਤੇ ਇੰਜ ਲੱਗਦਾ ਹਮ ਅਵਗੁਣ ਭਰੇ ਏਕ ਗੁਣ ਨਹੀਂ। ਅੰਮ੍ਰਿਤ ਛਾੜ ਵਿਖੈ ਵਿਖ ਖਾਹੀ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ। ਸਾਡੇ ਅੰਦਰ ਔਗਣ ਹੀ ਔਗਣ ਹਨ ਮਹਾਰਾਜ, ਤੁਸੀਂ ਗੁਣਾਂ ਦਾ ਸਾਗਰ ਹੋ। ਤੇ ਸਹਿਬ ਆਖਦੇ ਮੈਂ ਨਿਰਗੁਣ ਆਰੇ ਤੇ ਤੂੰ ਕਿਰਪਾ ਕਰ ਦੇਵੇਂ ਤੇ ਇਹ ਗੁਣਾਂ ਦੀ ਦਾਤ ਬਖਸ਼ਿਸ਼ ਕਰੇ ਤੇ ਮੇਰਾ ਵੀ ਜੀਵਨ ਜਿਹੜਾ ਉਹ ਸਫਲਾ ਹੋ ਜਾਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ ਮੈਂ ਤੇ ਨਿਰਗੁਣ ਆਰਾ ਸਾਂ, ਮੇਰੇ ਵਿੱਚ ਇੱਕ ਵੀ ਗੁਣ ਨਹੀਂ ਸੀ। ਤੂੰ ਮੇਰੇ ਤੇ ਤਰਸ ਕੀਤਾ, ਤੂੰ ਰਹਿਮਤ ਕੀਤੀ, ਬਖਸ਼ਿਸ਼ ਕੀਤੀ ਤੇ ਮੇਰੇ ਤੇ ਰਹਿਮਤ ਕਰਕੇ ਤੇ ਤੂੰ ਆਪਣੇ ਚਰਨਾਂ ਦਾ ਪਿਆਰ ਮੈਨੂੰ ਬਖਸ਼ਿਸ਼ ਕੀਤਾ। ਤੇਰੇ ਕੀਤੇ ਹੋਏ ਦਾ ਮੈਂ ਅੰਤ ਨਹੀਂ ਪਾ ਸਕਦਾ। ਤੂੰ ਬੇਅੰਤ ਦਾਤਾਂ ਦਾ ਮਾਲਕ ਹੈ, ਬਖਸ਼ਿਸ਼ਾਂ ਦਾ ਮਾਲਕ ਹੈ। ਤੇਰੇ ਕੀਤੇ ਹੋਏ ਦਾ ਅੰਤ ਮੈਂ ਨਹੀਂ ਪਾ ਸਕਦਾ। ਤੇਰਾ ਕੀਤਾ ਜਾਤੋ ਨਾਹੀ। ਹੇ ਮਾਲਕ ਤੇਰੇ ਕੀਤੇ ਹੋਏ ਦਾ ਮੈਂ ਅੰਤ ਨਹੀਂ ਪਾ ਸਕਦਾ। ਤੇਰਾ ਕੀਤਾ ਜਾਤੋ ਨਾਹੀ। ਮੈਨੂੰ ਜੋ ਕੀਤੋਈ ਮੈਨੂੰ ਇਸ ਲਾਇਕ ਤੂੰ ਬਣਾਇਆ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਮੈਂ ਔਗਣ ਹਾਰੇ ਵਿੱਚ ਇੱਕ ਵੀ ਗੁਣ ਨਹੀਂ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਆਪੇ ਤਰਸ ਪਿਓਈ। ਇਹ ਤੂੰ ਮੇਰੇ ਤੇ ਤਰਸ ਖਾਧਾ, ਮੇਰੇ ਤੇ ਕਿਰਪਾ ਕੀਤੀ ਏ, ਬਖਸ਼ਿਸ਼ ਕੀਤੀ ਏ। ਹੇ ਮੇਰੇ ਮਾਲਕ ਤੇਰੀ ਰਹਿਮਤ ਸਦਕਾ ਹੀ ਮੈਨੂੰ ਸਤਿਗੁਰ ਸੱਜਣ ਮਿਲਿਆ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਆਪੇ ਤਰਸ ਪਿਓਈ। ਤਰਸ ਪਿਆ ਮਹਿ ਰਾਮਤ ਹੋਈ। ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਹੇ ਮੇਰੇ ਮਾਲਕ ਤੂੰ ਮੇਰੇ ਤੇ ਤਰਸ ਕੀਤਾ ਹੈ। ਮੈਨੂੰ ਸਤਿਗੁਰੂ ਤੇ ਸਤਿਗੁਰ ਸੱਜਣ ਨਾਲ ਮਿਲ ਕੇ ਮੈਨੂੰ ਨਾਮ ਦੀ ਦਾਤ ਮਿਲੀ ਏ। ਗੁਣਾਂ ਦਾ ਖਜ਼ਾਨਾ ਮੈਨੂੰ ਮਿਲਿਆ, ਗੁਣਾਂ ਦੀ ਦਾਤ ਮਿਲੀ ਏ ਤੇ ਐਸੀ ਕਿਰਪਾ ਹੋਈ। ਹੁਣ ਤੇਰੇ ਨਾਮ ਤੋਂ ਬਿਨਾ ਜਿਹੜਾ ਹੈ ਮੇਰਾ ਜੀਵਨ ਕਹਿਣ ਲੱਗੇ ਇਸ ਤਰ੍ਹਾਂ ਹੈ ਜਿਵੇਂ ਨਾਮ ਮਿਲੇ ਤੇ ਜੀਵਨ ਹਰਿਆ ਭਰਿਆ ਹੈ। ਨਾਮ ਤੋਂ ਬਿਨਾ ਇਹ ਜੀਵਨ ਮੁਰਦਿਆਂ ਦੇ ਵਾਂਗ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਜਦੋਂ ਜਗਤ ਜਲੰਧਰ ਨੂੰ ਠਾਰਨ ਵਾਸਤੇ, ਮਨੁੱਖਤਾ ਦਾ ਭਲਾ ਕਰਨ ਵਾਸਤੇ ਨਿਕਲੇ ਨੇ ਤੇ ਸਤਿਗੁਰ ਪਾਤਸ਼ਾਹ ਜੀ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਪਹੁੰਚਦੇ ਹਨ। ਸਤਿਗੁਰ ਪਾਤਸ਼ਾਹ ਜੀ ਦੇ ਨਾਲ ਭਾਈ ਮਰਦਾਨਾ ਜੀ ਜਦੋਂ ਉਸ ਪਿੰਡ ਵਿੱਚ ਪਹੁੰਚੇ
ਤੇ ਉਸ ਪਿੰਡ ਦੇ ਲੋਕ ਜਿਹੜੇ ਨੇ ਅਸ਼ਰਦਕ ਸਨ, ਨਾਸਤਕ ਸਨ। ਉਸ ਪਿੰਡ ਦੇ ਲੋਕ ਜਿਹੜੇ ਨੇ ਰੱਬੀ ਗੁਣਾਂ ਤੋਂ ਸਖਣੇ ਸਨ। ਤਾਂ ਐਸੇ ਮਨੁੱਖ ਜਦੋਂ ਅੱਗੋਂ ਆਏ ਤੇ ਉਹਨਾਂ ਨੇ ਹੱਥ ਜੋੜਿਆ, ਕਹਿ ਲੱਗੇ ਵੀ ਇਸ ਪਿੰਡ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀਓ ਕੋਈ ਐਸੀ ਥਾਂ, ਕੋਈ ਐਸਾ ਘਰ ਨਹੀਂ ਜਿੱਥੇ ਤੁਸੀਂ ਟਿਕਾਣਾ ਕਰ ਸਕੋ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉਦੋਂ ਇੱਕ ਬਚਨ ਕਰਦੇ ਨੇ, ਕਹਿਣਗੇ ਭਾਈ ਵਸਦੇ ਰਹੋ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਅੱਗੇ ਜਦੋਂ ਜਾਂਦੇ ਨੇ, ਇੱਕ ਹੋਰ ਪਿੰਡ ਆਉਂਦਾ ਔਰ ਇਸ ਪਿੰਡ ਦੇ ਲੋਕ ਬੜੇ ਸ਼ਰਧਾਵਾਨ, ਬੜੇ ਹੀ ਰੱਬੀ ਇਬਾਦਤ ਕਰਨ ਵਾਲੇ ਪ੍ਰੇਮੀ। ਉਸ ਪਿੰਡ ਦੇ ਲੋਕ ਜਿਹੜੇ ਹਨ ਬੜੇ ਹੀ ਗੁਣੀ ਤੇ ਗੁਣਵਾਨ ਤੇ ਗੁਣੀ ਮਨੁੱਖਾਂ ਦੀ ਕਦਰ ਕਰਨ ਵਾਲੇ ਸਨ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਆਉਣਾ ਸੁਣ ਕੇ ਤੇ ਉਹ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚੇ ਤੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ, ਰਹਿਮਤ ਕਰੋ, ਸਾਡੇ ਇਸ ਪਿੰਡ ਦੇ ਵਿੱਚ ਕੁਝ ਸਮਾਂ ਠਹਿਰੋ, ਸਾਨੂੰ ਕੋਈ ਰੱਬੀ ਇਬਾਦਤ ਦੀ ਗੱਲ ਸੁਣਾਓ, ਉਸ ਮਾਲਕ ਦੀ ਬੰਦਗੀ ਦੀ ਗੱਲ ਦੱਸੋ, ਉਸ ਪਿਆਰੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਸਾਨੂੰ ਜੋੜੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਉਸ ਪਿੰਡ ਦੇ ਵਿੱਚ ਉਤਾਰਾ ਕੀਤਾ, ਉੱਥੇ ਕੁਝ ਸਮਾਂ ਰਹੇ। ਜਦੋਂ ਚੱਲਣ ਲੱਗੇ ਤੇ ਇੱਕ ਬਚਨ ਕੀਤਾ, ਕਹਿਣ ਲੱਗੇ ਭਾਈ ਉੱਜੜ ਜਾਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਉਸ ਪਿੰਡ ਨੂੰ ਵੀ ਛੱਡ ਕੇ ਜਦੋਂ ਅੱਗੇ ਤੁਰੇ ਤੇ ਭਾਈ ਮਰਦਾਨਾ ਜੀ ਨੇ ਆਖਿਆ, ਸਤਿਗੁਰੂ ਤੁਹਾਡੀ ਉਹ ਰਮਜ਼ ਭਰੀ ਗੱਲ ਮੈਨੂੰ ਸਮਝ ਨਹੀਂ ਆਈ। ਜਿਸ ਪਿੰਡ ਦੇ ਲੋਕਾਂ ਨੇ ਸਾਨੂੰ ਰਹਿਣ ਵਾਸਤੇ ਠਿਕਾਣਾ ਨਹੀਂ ਦਿੱਤਾ, ਖਾਣ ਵਾਸਤੇ ਭੋਜਨ ਨਹੀਂ ਦਿੱਤਾ, ਪੀਣ ਵਾਸਤੇ ਪਾਣੀ ਨਹੀਂ ਦਿੱਤਾ, ਰਾਤ ਕੱਟਣ ਵਾਸਤੇ ਸਮਾਂ ਨਹੀਂ ਦਿੱਤਾ, ਸਤਿਗੁਰ ਪਾਤਸ਼ਾਹ ਜੀ ਉਹਨਾਂ ਮਨੁੱਖਾਂ ਨੂੰ, ਉਹਨਾਂ ਨਗਰ ਦੇ ਲੋਕਾਂ ਨੂੰ ਤੁਸੀਂ ਆਖਿਆ ਵੀ ਵਸਦੇ ਰਹੋ। ਪਰ ਇਹ ਲੋਕ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ, ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਸਾਨੂੰ ਰਾਤ ਇੱਥੇ ਰੁਕਣ ਵਾਸਤੇ ਆਖਿਆ, ਬਲਕਿ ਰਾਤ ਹੀ ਨਹੀਂ ਹੋਰ ਸਮਾਂ ਰੁਕਣ ਵਾਸਤੇ ਆਖਿਆ, ਜਲ ਪਾਣੀ ਨਾਲ ਰੱਜ ਕੇ ਸਾਡੀ ਸੇਵਾ ਕੀਤੀ, ਸਾਡੀ ਹਰ ਗੱਲ ਨੂੰ ਬੜੇ ਪਿਆਰ ਨਾਲ ਸੁਣਿਆ, ਪਾਤਸ਼ਾਹ ਜੀਓ ਉਹਨਾਂ ਨੂੰ ਤੁਸੀਂ ਆਖਿਆ ਵੀ ਉੱਜੜ ਜਾਓ। ਗੁਰਦੇਵ ਪਾਤਸ਼ਾਹ ਜੀ ਨੇ ਆਖਿਆ, ਮਰਦਾਨਿਆਂ ਜਿਹੜੇ ਪਹਿਲੇ ਪਿੰਡ ਦੇ ਲੋਕ ਸਨ ਉਹ ਅਧਰਮੀ ਲੋਕ ਸਨ, ਅਸ਼ਰਧਾਵਾਨ ਲੋਕ ਸਨ, ਉਹ ਪਾਪੀ ਬਿਰਤੀ ਦੇ ਖਿੜੇ ਹੋਏ ਲੋਕ ਸਨ। ਉਹ ਮਨੁੱਖ ਜਿਹੜੇ ਸਨ ਔਗਣਾਂ ਦੇ ਨਾਲ ਭਰੇ ਹੋਏ ਸਨ ਤੇ ਐਸੇ ਔਗਣਹਾਰੇ ਮਨੁੱਖ ਜਿਸ ਵੀ ਨਗਰ ਵਿੱਚ, ਜਿਸ ਵੀ ਪਿੰਡ ਵਿੱਚ ਵਸਦੇ ਨੇ, ਅਗਰ ਐਸੇ ਮਨੁੱਖ ਕਿਸੇ ਹੋਰ ਨਗਰ ਜਾਂ ਪਿੰਡ ਸ਼ਹਿਰ ਵਿੱਚ ਜਾਣਗੇ ਤਾਂ ਸਿਵਾਏ ਦੁਰਗੰਧ, ਸਿਵਾਏ ਗੰਦਗੀ ਦੇ ਹੋਰ ਕੁਛ ਨਹੀਂ ਫੈਲਾਣਗੇ। ਉਹਨਾਂ ਦਾ ਇੱਕ ਥਾਂ ਤੇ ਰਹਿਣਾ ਹੀ ਚੰਗਾ ਹੈ, ਕਿਉਂਕਿ ਐਸੇ ਅਧਰਮੀ ਮਨੁੱਖ ਜਿੱਥੇ ਵੀ ਜਾਣਗੇ ਉੱਥੇ ਵਿਕਾਰਾਂ ਦਾ ਫੈਲਾਅ ਹੋਵੇਗਾ, ਉੱਥੇ ਔਗਣਾਂ ਦਾ ਫੈਲਾਅ ਹੋਵੇਗਾ, ਉੱਥੇ ਦੁਰਗੰਧੀ ਦਾ ਜਿਹੜਾ ਫੈਲਾਅ ਹੋਵੇਗਾ। ਚੰਗਾ ਹੈ ਐਸੇ ਲੋਕ ਇੱਕ ਥਾਂ ਤੇ ਹੀ ਵਸੇ ਰਹਿਣ। ਸਹਿਬ ਆਖਿਆ, ਜਿਹੜੇ ਮਨੁੱਖ ਰੱਬੀ ਇਬਾਦਤ ਗੁਣਾਂ ਤੋਂ ਸਖਣੇ ਨੇ, ਐਸੇ ਮਨੁੱਖ ਮੁਰਦੇ ਨੇ ਤੇ ਮੁਰਦੇ ਮਨੁੱਖ ਅਕਸਰ ਜਿਹੜੇ ਨੇ ਉਹ ਦੁਰਗੰਧ ਹੀ ਫੈਲਾਉਂਦੇ ਨੇ। ਮੁਰਦੇ ਵਿੱਚੋਂ ਅਕਸਰ ਸਮਾਂ ਪਾ ਕੇ ਦੁਰਗੰਧ ਆਉਣੀ ਸ਼ੁਰੂ ਹੋ ਜਾਂਦੀ ਹੈ। ਪਰਮਾਤਮਾ ਦੇ ਗੁਣਾਂ ਤੇ ਭਗਤੀ ਬੰਦਗੀ ਤੋਂ ਬਿਨਾਂ ਮਨੁੱਖ ਮੁਰਦੇ ਨੇ। ਸਤਿਗੁਰ ਪਾਤਸ਼ਾਹ ਜੀ ਨੇ ਰੱਬੀ ਬਾਣੀ ਅੰਦਰ ਕਿਰਪਾ ਕੀਤੀ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਮੰਤ। ਕੋਈ ਮਨੁੱਖ ਅਤ ਦਾ ਸੋਹਣਾ ਹੋਵੇ, ਮਹਾਰਾਜ ਕਹਿਣ ਲੱਗੇ ਕੋਈ ਮਨੁੱਖ ਅਤ ਦਾ ਧਨੀ ਹੋਵੇ, ਧਨਵਾਨ ਹੋਵੇ, ਕੋਈ ਮਨੁੱਖ ਆਖੇ ਮੈਂ ਉੱਚੀ ਕੁੱਲ ਵਾਲਾ ਵਾਂ, ਕੋਈ ਆਖੇ ਮੇਰੇ ਕੋਲ ਅਤ ਦਾ ਗਿਆਨ ਹੈ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਚੇ ਪ੍ਰੀਤ ਨਹੀਂ ਭਗਵੰਤ। ਐਸੇ ਮਨੁੱਖਾਂ ਨੂੰ ਮੁਰਦਾ ਤੇ ਮਰਿਆ ਹੋਇਆ ਸਮਝੋ, ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਦੇ ਚੰਗੇ ਗੁਣ ਨਹੀਂ, ਚੰਗਿਆਈਆਂ ਨਹੀਂ, ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮਾਤਮਾ ਦਾ ਨਾਮ ਨਹੀਂ। ਪਰ ਦੂਜੇ ਪਾਸੇ ਉਹ ਮਨੁੱਖ ਜਿਨ੍ਹਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ, ਜਿਨ੍ਹਾਂ ਅੰਦਰ ਰੱਬੀ ਗੁਣ ਹਨ,
ਇਹ ਮਨੁੱਖ ਜਿੱਥੇ ਵੀ ਜਾਣਗੇ ਉੱਥੇ ਰੱਬੀ ਗੁਣਾਂ ਦਾ ਫੈਲਾਵ ਕਰਨਗੇ। ਐਸੇ ਮਨੁੱਖ ਧਰਮ ਦਾ ਫੈਲਾਵ ਕਰਨਗੇ ਤੇ ਲੋੜ ਹੈ ਸਮਾਜ ਨੂੰ, ਮਨੁੱਖਤਾ ਨੂੰ ਐਸੇ ਮਨੁੱਖਾਂ ਦੀ ਜਿਹੜੇ ਧਰਮ ਦਾ ਫੈਲਾਵ ਕਰਨ, ਜਿਹੜੇ ਚੰਗਿਆਈਆਂ ਨੂੰ ਵੰਡਣ, ਜਿਹੜੇ ਰੱਬੀ ਗੁਣਾਂ ਦਾ ਖਜ਼ਾਨਾ ਜਿਹੜਾ ਹੈ ਵੰਡਣ। ਐਸੇ ਮਨੁੱਖਾਂ ਦੀ ਸਮਾਜ ਨੂੰ ਲੋੜ ਹੈ। ਇਸ ਕਰਕੇ ਇਹਨਾਂ ਦਾ ਉੱਜੜ ਜਾਣਾ ਵੀ ਚੰਗਾ ਹੈ। ਮਹਾਰਾਜ ਨੇ ਬੜੀ ਕਿਰਪਾ ਕੀਤੀ। ਗੁਰਦੇਵ ਆਖਦੇ ਨੇ, ਭਾਈ ਜੇ ਮਨੁੱਖ ਦਾ ਜੀਵਨ ਔਗਣਾਂ ਦੀ ਬੇੜੀ ਨਾਲ, ਔਗਣਾਂ ਦੀਆਂ ਬੇੜੀਆਂ ਨਾਲ ਜਕੜਿਆ ਜਾਵੇ, ਸਾਹਿਬ ਆਖਦੇ ਨੇ ਯਾਦ ਰੱਖਿਓ ਜਿੰਨੇ ਬੰਦੇ ਵਿੱਚ ਔਗਣ ਨੇ ਓਨੀਆਂ ਹੀ ਬੇੜੀਆਂ ਜੰਜੀਰਾਂ ਇਹਦੇ ਹੱਥਾਂ ਤੇ ਪੈਰਾਂ ਨੂੰ ਨੇ। ਜਿੰਨੇ ਔਗਣ ਨੇ, ਜਿੰਨੇ ਔਗਣ ਹੋਣਗੇ ਓਨੀਆਂ ਹੀ ਬੇੜੀਆਂ ਸਮਝੋ ਇਹਦੇ ਸਰੀਰ ਨੂੰ ਪਈਆਂ ਹੋਈਆਂ ਨੇ। ਨਾਨਕ ਔਗਣ ਜਿਤੜੇ ਤੇਤੇ ਗਲੀ ਜੰਜੀਰ। ਤੇ ਮਹਾਰਾਜ ਇਹਨੇ ਔਗਣ ਰੂਪੀ ਬੇੜੀਆਂ ਨੂੰ ਫਿਰ ਕੱਟਿਆ ਕਿਵੇਂ ਜਾਵੇ? ਤੇ ਮਹਾਰਾਜ ਕਹਿ ਲਗੇ ਜੇ ਗੁਣ ਹੋਣ ਤਾਂ ਕੱਟੀਆਂ। ਸੇ ਭਾਈ ਸੇ ਵੀਰ, ਜੇ ਕਿਸੇ ਵਿੱਚ ਗੁਣ ਆ ਜਾਣ ਤੇ ਔਗਣਾਂ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਨੇ। ਮੰਨ ਲਓ ਕਿਸੇ ਅੰਦਰ ਝੂਠ ਬੋਲਣ ਦਾ ਔਗਣ ਹੈ, ਜੇ ਉਹ ਸੱਚ ਰੂਪੀ ਗੁਣ ਨੂੰ ਅਪਣਾ ਲੇ ਤੇ ਔਗਣ ਝੂਠ ਬੋਲਣ ਵਾਲੀ ਬੇੜੀ ਕੱਟੀ ਜਾਵੇਗੀ। ਕਿਸੇ ਅੰਦਰ ਮਹਾਰਾਜ ਕਹਿ ਲਗੇ ਨਿੰਦਿਆ ਦਾ ਔਗਣ ਹੈ, ਜੇ ਉਹ ਨਿੰਦਿਆ ਨੂੰ ਛੱਡ ਕੇ ਮਾਲਕ ਦੀ ਸਿਫਤ ਕਰਨ ਲੱਗ ਜਾਵੇ ਤੇ ਨਿੰਦਿਆ ਦੀ ਬੇੜੀ ਕੱਟੀ ਜਾਵੇਗੀ। ਜੇ ਕਿਸੇ ਮਨੁੱਖ ਦੇ ਅੰਦਰ ਕਿਸੇ ਦੇ ਪ੍ਰਤੀ ਵੈਰ ਵਿਰੋਧਤਾ ਵਾਲੀ ਔਗਣ ਵਾਲੀ ਬੇੜੀ ਹੈ, ਜੇ ਉਹ ਸਾਰਿਆਂ ਨਾਲ ਪਿਆਰ ਪ੍ਰੇਮ ਵਾਲੀ ਆਪਣੇ ਅੰਦਰ ਗੁਣਾਂ ਨੂੰ ਧਾਰਨ ਕਰ ਲਵੇ ਤਾਂ ਉਹ ਵੈਰ ਵਿਰੋਧ ਵਾਲਾ ਔਗਣ ਰੂਪੀ ਬੇੜੀ ਜਿਹੜੀ ਕੱਟੀ ਜਾਵੇ। ਇਸ ਤਰ੍ਹਾਂ ਜਿਵੇਂ ਜਿਵੇਂ ਗੁਣ ਜੀਵਨ ਵਿੱਚ ਧਾਰਨ ਕਰਾਂਗੇ ਔਗਣਾਂ ਦੀਆਂ ਬੇੜੀਆਂ ਕੱਟੀਆਂ ਜਾਣਗੀਆਂ। ਬਾਬਾ ਕਬੀਰ ਜੀ ਨੇ ਬੜੀ ਕਿਰਪਾ ਕੀਤੀ। ਉਹ ਆਖਦੇ ਨੇ ਮੈਂ ਤੇ ਵੇਖਦਾ ਹਾਂ ਜੇ ਕਿਸੇ ਬੇੜੇ ਦੇ ਵਿੱਚ ਇੱਕ ਸੁਰਾਖ ਹੋ ਜਾਵੇ, ਆਪਾਂ ਵੇਖਦੇ ਹਾਂ ਸਮੁੰਦਰੀ ਜਹਾਜ਼, ਤੇ ਸਮੁੰਦਰੀ ਜਹਾਜ਼ ਜਿਹੜਾ ਹੈ ਬਾਬਾ ਕਬੀਰ ਜੀ ਆਖਦੇ ਨੇ ਜੇ ਇੱਕ ਸੁਰਾਖ ਹੋ ਜਾਵੇ ਤੇ ਉਹਦੇ ਡੁੱਬਣ ਦਾ ਕਹਿ ਲਗੇ ਖਤਰਾ ਜਿਹੜਾ ਹੈ ਪੈਦਾ ਹੋ ਜਾਂਦਾ ਹੈ। ਪਰ ਜਿਸ ਜਹਾਜ਼ ਦੇ ਵਿੱਚ ਸੈਂਕੜੇ ਹਜ਼ਾਰਾਂ ਸੁਰਾਖ ਹੋ ਜਾਣ ਉਹਦੇ ਬਚਣ ਦੀ ਤੇ ਉਮੀਦ ਹੀ ਕੋਈ ਨਹੀਂ। ਜਿਸ ਮਨੁੱਖ ਦੇ ਜੀਵਨ ਵਿੱਚ ਔਗਣਾਂ ਰੂਪੀ ਸੁਰਾਖ ਹੀ ਸੁਰਾਖ ਨੇ, ਔਗਣਾਂ ਨਾਲ ਭਰਿਆ ਹੋਇਆ ਹੈ, ਐਸਾ ਮਨੁੱਖ ਤਰ ਜਾਵੇਗਾ ਹੋ ਹੀ ਨਹੀਂ ਸਕਦਾ। ਤੇ ਅੱਜ ਵੀ ਤੇ ਕੱਲ ਵੀ ਡੁੱਬੇਗਾ ਜ਼ਰੂਰ। ਉਹਦੇ ਬਚਣ ਦੀ ਕੋਈ ਆਸ ਨਹੀਂ। ਔਗਣ ਉਹਦੇ ਗੁਣ ਬੰਦੇ ਨੂੰ ਤਾਰ ਦਿੰਦੇ ਨੇ, ਔਗਣ ਬੰਦੇ ਨੂੰ। ਕਬੀਰ ਬੇੜਾ ਜ਼ਰਜ਼ਰਾ ਫੂਟੇ 6000, ਹਿਰਵੇ ਹਿਰਵੇ ਤਿਰ ਗਏ ਡੁੱਬੇ ਜਿਨ ਸਿਰ ਭਾਰ। ਔਗਣਾਂ ਦਾ ਭਾਰ ਲੈ ਕੇ ਜਿਹੜਾ ਸਰੀਰ ਰੂਪੀ ਜਹਾਜ਼ ਨੂੰ ਸੰਸਾਰ ਰੂਪੀ ਸਮੁੰਦਰ ਵਿੱਚੋਂ ਲੱਗਣ ਦਾ ਯਤਨ ਕਰੇਗਾ, ਯਾਦ ਰੱਖਿਓ ਔਗਣ ਰੂਪੀ ਭਾਰ ਇਸ ਸਰੀਰ ਰੂਪੀ ਜਹਾਜ਼ ਨੂੰ ਡੋਬ ਹੀ ਦੇਣਗੇ। ਤੇ ਜੇ ਕਿਸੇ ਮਨੁੱਖ ਦੇ ਅੰਦਰ ਗੁਣ ਨੇ, ਹਿਰਵੇ ਹਿਰਵੇ ਤਿਰ ਗਏ, ਹੌਲੇ ਹੌਲੇ ਤਰ ਗਏ, ਹੌਲੇ ਉਹ ਜਿਹੜੇ ਗੁਣਾਂ ਨਾਲ ਭਰੇ ਹੋਏ ਨੇ। ਸਤਿਗੁਰ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ। ਕਹਿਣ ਲੱਗੇ ਇੱਕ ਅੰਨਾ ਮਨੁੱਖ ਤੇ ਕਹਿਣ ਲੱਗੇ ਉੱਤੋਂ ਸਿਰ ਤੇ ਔਗਣਾਂ ਦਾ ਭਾਰ। ਅੰਨਾ ਮਨੁੱਖ ਹੈ, ਕਹਿਣ ਲੱਗੇ ਔਗਣਾਂ ਦਾ ਭਾਰ ਚੁੱਕਿਆ ਹੈ, ਪਰ ਇੱਕ ਮੁਸ਼ਕਲ ਹੋਰ ਹੈ, ਪਾਪਾਂ ਰੂਪੀ ਪਹਾੜੀ ਜਿਹੜੀ ਹੈ ਕਹਿਣ ਲੱਗੇ ਉਹ ਪਾਰ ਕਰਨੀ ਹੈ। ਪਾਪਾਂ ਤੇ ਨਾਲ ਭਰੀ ਪਹਾੜੀ ਜਿਹੜੀ ਸਾਹਮਣੇ ਖੜੀ ਹੈ ਤੇ ਸਿਰ ਤੇ ਔਗਣਾ ਰੂਪੀ ਭਾਰ ਹੈ, ਪਰ ਗਿਆਨ ਤੋਂ ਸਖਣਾ ਬੰਦਾ ਉਹ ਚਾਹੁੰਦਾ ਹੈ ਵੀ ਮੈਂ ਇਸ ਪਾਪਾਂ ਰੂਪੀ ਪਹਾੜੀ ਨੂੰ ਪਾਰ ਕਰ ਲਵਾਂ। ਅੰਨਾ ਮਨੁੱਖ ਕਿਵੇਂ ਪਾਰ ਕਰ ਸਕਦਾ ਹੈ? ਬਿਲਕੁਲ ਵੀ। ਉਤੋਂ ਸਿਰ ਤੇ ਭਾਰ ਚੁੱਕਿਆ ਹੋਵੇ ਹੋਰ ਵੀ ਮੁਸ਼ਕਲ ਹੈ। ਉਹਦਾ ਇਸ ਪਹਾੜੀ ਨੂੰ, ਜ਼ਿੰਦਗੀ ਰੂਪੀ ਪਹਾੜੀ ਨੂੰ ਪਾਰ ਕਰਨਾ ਬੜਾ ਮੁਸ਼ਕਲ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਆਦਿ ਨੇ ਕਹਿਣ ਲੱਗੇ ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ। ਕਹਿਣ ਲੱਗੇ ਅੰਨੇ ਨੇ ਔਗਣਾ ਦਾ ਸਿਰ ਤੇ ਭਾਰ ਚੁੱਕਿਆ ਤੇ ਅੱਗੇ ਜਿਹੜੀ ਪਹਾੜੀ ਹੈ ਕਹਿਣ ਲੱਗੇ ਉਹ ਬੜੀ ਹੀ ਔਖੀ ਹੈ। ਡੂਗਰ ਵਾਟ ਬਹੁਤ ਅੱਖੀ ਲੋੜੀ ਨਾਲ ਹਾਂ ਹਉ ਚੜ ਲੰਗਾ ਕਿਤ। ਕਹਿਣ ਲੱਗੇ ਮੈਂ ਇਹਨਾਂ ਅੱਖਾਂ ਤੋਂ ਵੇਖ ਨਹੀਂ ਸਕਦਾ ਤੇ ਕਹਿਣ ਲੱਗੇ ਇਹ ਮੈਂ ਪਹਾੜੀ ਨੂੰ ਪਾਰ ਕਿਵੇਂ ਕਰਾਂਗਾ? ਔਗਣਾ ਦਾ ਭਾਰ ਅੱਖਾਂ ਤੋਂ ਦਿਸਦਾ ਨਹੀਂ ਤੇ ਕਹਿਣ ਲੱਗੇ ਅੱਗੇ ਪਾਪਾਂ ਰੂਪੀ ਪਹਾੜੀ ਤੇ ਚੜ ਕੇ ਲੰਘਾਂਗਾ ਕਿਵੇਂ?
महाराज ने फिर कृपा की, चाकरियां चंगियाइयां अवर सियाणप कित, नानक नाम संभाल तू बद्दा छुटै। जित जे तू अपनियां चलाकियां, अपनियां इस सियाणपां चतुराइयां दा राह छड्ड के परमात्मा दे नाम नाल भाव रब्बी गुणां नाल जुड़ जावेगा ते तू इस विखम पैंडे नूं भी बड़े सौखे तरीके नाल पार कर लवेगा। नहीं तो फिर बाबा कबीर जी रब्बी बाणी अंदर एक होर कृपा बचन करते ने, कहन लगे कबीर टाले टोले दिन गया, ब्याज बढ़न तो जाए। जे तू टाल मटोल करेगा ना भी कोई गल नहीं, कल नूं कर लवांगे, परसों नूं कर लवांगे, कहन लगे फिर तेरे सिर ते इन्हां विकारां ते औगणां दा ब्याज वधदा जावेगा। आपां वेखदे आ ना, किसे तो पैसे लए होण ब्याज ते जे ਉਹਦਾ मूल ना मोड़ीए, घट्टो घट मूल नहीं ते महीने की जिहड़ी ब्याज हुंदी ਉਹ ਤੇ ਸਾਨੂੰ ਮੋੜਨੀ ਪੈਂਦੀ ਹੈ। ਭਾਵੇਂ ਆਪਾਂ ਬੈਂਕ ਤੋਂ ਲੈਨੇ ਆ ਤੇ ਆਪਾਂ ਭਾਵੇਂ ਮੂਲ ਬਾਅਦ ਵਿੱਚ ਮੋੜੀਏ, ਪਰ ਅਗਲੇ ਕਹਿੰਦੇ ਵੀ ਮਹੀਨੇ ਦਾ ਜਿਹੜਾ ਵਿਆਜ ਹੈ ਨਾ ਉਹ ਤੈਨੂੰ ਦੇਣਾ ਪੈਣਾ। ਉਹ ਭਾਵੇਂ 2% 4% 5%, ਤੇ ਜੇ ਬੰਦਾ ਆਖੇ ਮੈਂ ਮੂਲ ਵੀ ਨਹੀਂ ਦੇਣਾ ਤੇ ਵਿਆਜ ਵੀ ਨਹੀਂ ਲਾਉਣੀ, ਤੇ ਫਿਰ ਸਮਾਂ ਪਾ ਕੇ ਫਿਰ ਵਿਆਜ ਵੀ ਕਈ ਵਾਰੀ ਮੂਲ ਨਾਲੋਂ ਡਬਲ ਹੋ ਜਾਂਦਾ ਹੈ। फिर बंदा मूल ते की देना, फिर ब्याज का ही इन्ना भार हो जाता है। तो मैं कई मनुख उजड़ते वेखे। सतगुर रब्बी बाणी अंदर कृपा करते कबीर महाराज कहते ने, भलिया तेनू परमात्मा ने ये सवासा रूपी पूंजी दी कीमती, घट्टो घट तो इन्हां सवासां नूं सफला करने की बजाए ਜਿਹੜਾ ਤੂੰ ਆਪਣੇ ਸਿਰ ਤੇ ਭਾਰ ਚੁੱਕੀ ਫਿਰਦਾ ਹੈ ਨਾ ਵਿਕਾਰਾਂ ਤੇ ਔਗਣਾਂ ਦਾ, ਇਹ ਵਿਆਜ ਇਹਦਾ ਵਧੀ ਜਾਂਦਾ ਹੈ, ਘੱਟੋ ਘੱਟ ਉਹ ਭਾਰ ਹੀ ਹੌਲਾ ਕਰਦਾ ਹੈ। ਕਬੀਰ ਟਾਲੇ ਟੋਲੇ ਦਿਨ ਗਿਆ, ਵਿਆਜ बढ़न तो जाए, ना हर भजियो ना गुरजन सेवियो, ना हर भजियो ना खत फटियो, काल पहुंचियो आए, ना तो परमात्मा का नाम जपदा, ना ही कह लगे तू उस परमेश्वर के रब्बी गुणां नूं धारण करके इस जीवन नूं सफला करन दा यतन करदा है, बल्कि इन्ना कीमती जीवन, इन्ना कीमती समा किवें लंघ रिहा। गुरदेव आखदे रहन गवाई सोए कै, दिवस गवाया खाए, हीरे जैसा जन्म है कौडी बदले जाए। बल्कि गुरदेव सानू रोज ही ये सुनिया देंदे ने। धन गुरु गुरु अर्जन देव महाराज जी कृपा करते ने, करूं बेनती सुनो मेरे मीता, हे मेरे मित्र तू इस बेनती नूं बड़े ध्यान दे नाल सुन। बेनती करदा, करूं बेनती सुनो मेरे मीता, संत टहल की बेला, ईहा खाट चलो हरलाहा, आगे बसन सुहेला। इस संसार दे विच तू लाहा खट्टण वास्ते आया, प्राणी तू आया लाहा लैण, लगा कित को फकड़े, सब मुकदी चली रहन। सतगुर आखदे ने जीवन की एक कीमती रहन बतीत हो रही है, ते तू उस परमात्मा के चरनां नाल जुड़ के नाम का लाहा खट के जीवन नूं बर्बाद ना कर, बल्कि रब्बी गुणां नाल इस जीवन नूं शंगार के ते उस मालिक दे दर ते तू प्रवान हो सकदा है। आपां पवित्र वचन की विचार कर रहे सां। सुन मन मित्र प्यारिया, मिल वेला है ए, जब लग जोबन सास है, तब लग ए तन दे, विण गुण काम ना आवई, ढह ढेरी तन खे, बिना गुणा तो ये शरीर मिट्टी दी न्याई है। तो गुणा करके आपां मालिक दे चरनां विच जुड़ सकदे हां। इस मन नूं बड़े प्यार नाल प्रेर के, बड़े ही प्यार नाल इहनूं गुरु चरनां विच लिया के ते आपां इस मन नूं समझाउणा करिए भी मना, परमात्मा ते गुणां तो बिना बंदगी नहीं होनी, भगती नहीं होनी। इस करके इस मन नूं परमात्मा दे चरनां नाल जोड़ के रब्बी गुणां दी आपां बंदगी कर सकदे हां, ते इस मन नूं आपां गुरु चरनां नाल जोड़ के जीवन नूं सफला कर सकदे हां। होईयां भुल्लां चुकां दी खिमा। वाहिगुरू जी का खालसा, वाहिगुरू जी की फतेह।